परम सत्कारयोग साध संगत जी, रसना पवित्र कर लईए ते आखिए धन श्री सतगुरु प्रताप सिंह जी, धन श्री सतगुरु जगजीत सिंह जी, धन श्री सतगुरु उदय सिंह जी। साध संगत जी, अज दी साखी संबंधन है माई दानी ते यह साखी जिहड़ी एक नाटक के रूप विच पेश है। रब्बा यह कुकण क्यों वेखदा नहीं, ये पानी की धार कित्थे वग्या करदी सी। अज पिंड दियां पैरां विच आ खलोती है। हुण ये कंधां कोठे ढाएगी, उजड़ना पवेगा। हे रब्बा रहम कर, इहो जे झल्लियां दियां गल्लां भी मान लैंदा है। तेरी गल दी समझ नहीं आई, ये तां बुझारत है। तू भी किड्डा भोला है, ये गल तां चंबे दा बच्चा बच्चा जानदा है। नीरा चंबा ही नहीं सगों सारा आला दुआला जानदा है। तू दानी दा नां नहीं सुनिया? ओ कमली जेही झल्ली जेही लंगड़ी जेही ਜਿਹੜੀ ਸਾਰਾ ਦਿਨ ਬੱਕਰੀ ਵਾਂਗੂ ਮੂੰਹ ਮਾਰਦੀ ਰਹਿੰਦੀ ਏ, ਜਿਸ ਕਈ ਮਾਲਾ ਘਸਾ ਦਿੱਤੀਆਂ ਨੇ, ਜਿਸ ਦੇ ਘਰ ਹਰ ਵੇਲੇ ਢੋਲਕੀ ਖੜਕਦੀ ਰਹਿੰਦੀ ਏ, ਕੁਣਕੇ ਦੇ ਗੱਫੇ ਉੱਡਦੇ ਰਹਿੰਦੇ ਨੇ, ਸ਼ਰਦਾਈਆਂ ਦੇ ਰਗੜੇ ਲੱਗਦੇ ਕਹਿੰਦੇ ਹਨ, ਜਿਸ ਦੀਆਂ ਪੈਲੀਆਂ ਵਿੱਚ ਭੈਣੀ ਵਾਲਿਆਂ ਦੀਆਂ ਘੋੜੀਆਂ ਚਰਦੀਆਂ ਰਹਿੰਦੀਆਂ ਨੇ, ਉਹੀ ਦਾਨੀ। हाँ हाँ दानी, मैं उसनूं जानदा हाँ, मैं उसनूं जानदा क्यों नहीं। सुनी जा, कहंदे ने एक दिन ये बुढ़ड़ी लंघ मारदी तड़के बाहर आई ते इस नदी वाल हथ मार के आखन लगी, हे बच्चा बच्चा मेरे हड्ड कमज़ोर हो गए ने, मैं तुरन जोगी नहीं रही, मेरियां लत्तां विच ताण नहीं रहा, तू जरा उरे आ जावें तां मैं पिंडा तां गिला कर लिया करां। बस उस दिन तो ही ये पानी की धार पिंड वाल वधनी शुरू हो गई। अज होर कल होर हुण पिंड नूं ढाह लाण तक अपड़ गई है। रब भी कमलियां दियां गल्लां सुण लैंदा है। मालूम हुंदा ਉਹ ਸਤਰਿਆਂ ਬਤਰਿਆਂ ਗਿਆ ਹੈ। ਇਹ ਉਹ ਮਾਤਾ ਤਾਂ ਨਹੀਂ ਜਿਸ ਦਾ ਪੁੱਤ ਸ਼ਰੀਕਾ ਮਾਰ ਛੱਡਿਆ ਸੀ। ਹਾਂ ਹਾਂ, ਇਹ ਉਹ ਬੁੱਢੜੀ ਜਿਸ ਦੀਆਂ ਅੱਖਾਂ ਵਿੱਚ ਪੁੱਤ ਮਰਨ 'ਤੇ ਅਥਰੂ ਨਹੀਂ ਗਿਰਿਆ ਸੀ, ਸਗੋਂ ਗਲੀਆਂ ਵਿੱਚ ਗਾਉਂਦੀ ਫਿਰਦੀ ਸੀ। ਪੁੱਤ ਫੂਕਣ ਵਾਸਤੇ ਕੋਠੇ ਦੀਆਂ ਕੜੀਆਂ ਲਾ ਲਿਆਈ ਸੀ। ਫਿਰ ਤਾਂ ਭਾਈ ਕਮਲੀ ਨਾ ਕਹੋ, ਜਿਹੜੀ ਪੁੱਤ ਮਰੇ ਤੇ ਪੱਲੂ ਨਹੀਂ ਪਾਉਂਦੀ ਉਸ ਨੂੰ ਕਮਲੀ ਕਹਿਣਾ ਠੀਕ ਨਹੀਂ। ਉਹ ਤਾਂ ਰੱਬ ਦੀ ਧਿਆਈ, ਉਹ ਤਾਂ ਰੱਬ ਦੀ ਪਿਆਰੀ ਜਾਪਦੀ ਹੈ। ਨਹੀਂ ਤਾਂ ਪੁੱਤ ਮਰੇ ਸ਼ਰੀਕਾਂ ਹੱਥੋਂ ਤੇ ਡਾਡਾ ਨਾ ਨਿਕਲਣ। ਇਹ ਹਰੇਕ ਦਾ ਕੰਮ ਨਹੀਂ, ਇਹ ਕੇਵਲ ਸ਼ਾਕਰ ਹੀ ਕਰ ਸਕਦੇ ਹਨ। ਭਾਈ ਰੱਬ ਦੀ ਆਦ ਵਾਲਿਆਂ ਦੀ ਮੰਨੀ ਜਾਂਦੀ ਹੈ। ਤੂੰ ਬੜਾ ਨਾਸਾ ਹੈ। ਤੇਰੀਆਂ ਪੋਲੀਆਂ ਪੋਲੀਆਂ ਗੱਲਾਂ ਨੇ ਮਾਈ ਦਾ ਰੂਪ ਮੇਰੇ ਸਾਹਮਣੇ ਹੋਰ ਲੈ ਆਂਦਾ ਹੈ। ਮੈਂ ਕੀ ਲਿਆਉਣਾ ਸੀ? ਮਾਈ ਜਾਪਦੀ ਐਵੇਂ ਹੀ ਏ। ਨਹੀਂ ਤਾਂ ਪੁੱਤ ਮਰੇ ਤੇ ਉਸ ਦਾ ਸਿਰ ਗੋਦੀ ਲੈ ਸ਼ੁਕਰ ਕਰੀ ਜਾਣਾ। ਇਹ ਕੰਮ ਅੱਲਾ ਵਾਲਿਆਂ ਦਾ ਹੀ ਏ। ਮੈਨੂੰ ਇਉਂ ਜਾਪਣ ਲੱਗ ਪਿਆ 14 ਤਬਕਾਂ ਦਾ ਸਾਈਂ ਉਸ ਦੀ ਬੁੱਕਲ ਵਿੱਚ ਖੇਡਦਾ ਹੈ। ਵਾਹ ਭਾਈ ਵਾਹ, ਤੂੰ ਵੀ ਕਮਾਲ ਕਰੀ ਜਾਣਾ ਹੈ। मैं कमाल की करना है? दानी आप ही कमाल दी पुतली है, मुरशद वाली है। मुरशद वालियां दियां रमजां कोई मुरशद वाला ही जानदा है। मातड़ तुमातड़ तां नीरियां झेडां करनियां जानदे आ। मुरशद वालियां दे दिलां विच इलाही नूर हुंदा है ਜਿਹੜਾ ਉਹਨਾਂ ਨੂੰ ਸਹੀ ਰਾਹ ਵਿਖਾਉਂਦਾ ਹੈ। ਮੈਨੂੰ ਯਾਦ ਆ ਗਿਆ ਹੈ ਕਿ ਜਦੋਂ ਥਾਣੇਦਾਰ ਤਫਤੀਸ਼ 'ਤੇ ਆਇਆ ਤਾਂ ਦਾਨੀ ਆਖਣ ਲੱਗੀ, ਪੁੱਤ ਮੇਰੇ ਪੁੱਤ ਦਾ ਕੋਈ ਵੈਰ ਹੀ ਨਹੀਂ ਸੀ। ਪਿੰਡ ਵਿੱਚ ਮੇਰਾ ਕਿਸੇ ਨਾਲ ਕੋਈ ਝਗੜਾ ਨਹੀਂ। ਸਾਰੇ ਮੈਨੂੰ ਸਕਿਆਂ ਨਾਲੋਂ ਵੱਧ ਸਤਿਕਾਰਦੇ ਨੇ, ਪਿਆਰਦੇ ਨੇ, ਮੇਰੇ ਥਾਂ ਜਾਨ ਦਿੰਦੇ ਨੇ। ਮੇਰਾ ਪੁੱਤ ਕਿਹਨੇ ਮਾਰਨਾ ਸੀ? ਮੇਰਾ ਪੁੱਤ ਉਸੇ ਮਾਰਿਆ ਜਿਹੜਾ ਮਾਰ ਸਕਦਾ ਹੈ, ਜਿਹੜਾ ਜਵਾਲ ਸਕਦਾ ਹੈ, ਜਿਹੜਾ ਬਣਾ ਸਕਦਾ ਹੈ, ਜਿਹੜਾ ਢਾਹ ਸਕਦਾ ਹੈ। ਕੌਣ ਕਿਸੇ ਨੂੰ ਕੋਈ ਮਾਰ ਸਕਦਾ ਹੈ? ਬੱਚਾ ਐਵੇਂ ਕਿਸੇ ਝੂਠੀ ਰਿਪੋਰਟ ਲਿਖਾਈ ਹੈ ਤੈਨੂੰ, ਖਾ ਮਖਾ ਖੇਚਲ ਹੋਈ ਏ। ਬੱਚਾ ਬਹਿ ਜਾ, ਪ੍ਰਸ਼ਾਦ ਛਕ ਕੇ ਜਾਵੀਂ, ਦੁੱਧ ਲੱਸੀ ਪੀ, ਗੁਰੂ ਦਾ ਬਖਸ਼ਿਆ ਬਥੇਰਾ ਏ। ਘੜੀ ਆਰਾਮ ਕਰ ਲੈ ਪੁੱਤਰ, ਮੇਰੇ ਦਾ ਫਿਕਰ ਨਾ ਕਰ।
ਜਿੰਨੀ ਉਹ ਉਮਰ ਸਤਿਗੁਰਾਂ ਕੋਲੋਂ ਲਿਖਾ ਕੇ ਲਿਆਇਆ ਸੀ ਭੋਗ ਗਿਆ ਹੈ। ਸ਼ੁਕਰ ਏ ਲੱਖ ਲੱਖ ਉਸਦਾ ਜਿਸ ਆਪਣੀ ਅਮਾਨਤ ਆਪ ਹੀ ਮੰਗ ਲਈਏ। ਪੁੱਤਰ ਪ੍ਰਸ਼ਾਦਾ ਛਕੇ ਬਿਨਾ ਨਾ ਜਾਵੀਂ, 2 ਘੜੀਆਂ ਆਰਾਮ ਕਰ ਲੈ। ਮਾਈ ਦੀਆਂ ਗੱਲਾਂ ਸੁਣ ਥਾਣੇਦਾਰ ਦਾ ਦਿਲ ਭਿੱਜ ਗਿਆ, ਅੱਖਾਂ ਵਿੱਚ ਅਥਰੂ ਆ ਗਏ ਤੇ ਕਹਿਣ ਲੱਗਾ, ਅੰਮਾ ਤੂੰ ਤੇ ਧੰਨ ਏ, ਤੇ ਧੰਨ ਤੇਰਾ ਗੁਰੂ ਏ ਜਿਸ ਤੈਨੂੰ ਇੰਨੀ ਉੱਚੀ ਮੱਤ ਬਖਸ਼ੀ ਹੋਈ ਹੈ। ਉਸ ਕੋਲ ਮੇਰੇ ਲਈ ਦੁਆ ਕਰਿਆ ਕਰ ਕਿ ਮੇਰਾ ਵੀ ਭਲਾ ਹੋ ਜਾਵੇ। ਪੀਨੀ ਰਹਿਣੜੀਏ ਚਮਕਣ ਤਾਰੇ, ਜਾਗਣ ਸੰਤ ਜਨਾ ਮੇਰੇ ਰਾਮ ਪਿਆਰੇ। ਰਾਤ ਢਲ ਗਈ, ਖਿੱਤੀਆਂ ਔਰ ਗਈਆਂ। ਰੱਬ ਦੇ ਪਿਆਰੇ ਵਾਲੇ ਉੱਠੇ, ਖੂਹਾਂ ਸਰੋਵਰਾਂ ਤੇ ਦਰਿਆਵਾਂ ਦਾ ਰਾਹ ਫੜਿਆ, ਟੁੱਡੇ ਲਾਏ ਤੇ ਅਰਸ਼ਾਂ ਕੁਰਸ਼ਾਂ ਦੇ ਮਾਲਕ ਨਾਲ ਗੱਲੀ ਬਾਤੀ ਰੁੱਝ ਗਏ। ਦਾਨੀ ਜਿਹੜੀ ਨਾਉ ਕਰਕੇ ਦਾਨੀ ਨਹੀਂ ਸੀ, ਸਗੋਂ ਸੱਚੀ ਮੁੱਚੀ ਦੀ ਦਾਨੀ ਸੀ ਅਤੇ ਸਤਿਗੁਰੂ ਰਾਮ ਸਿੰਘ ਜੀ ਦੀ ਮਿਹਰ ਦਾ ਸਦਕਾ ਦਾਨਾਈ ਦੀ ਮੂਰਤ ਬਣ ਖਲੋਤੀ ਸੀ ਅਤੇ ਆਪਣੇ ਮਿੱਠੇ ਤੇ ਨਿੱਘੇ ਸੁਭਾਅ ਕਰਕੇ ਨੀਰੇ ਚੰਬੇ ਨੂੰ ਹੀ ਨਹੀਂ ਸਗੋਂ ਵਰਿਆਂ, ਬੰਗਾਲੀਪੁਰ, ਚੋਲਾ, ਟੋਟੀਆਂ ਤੇ ਹੋਰ ਅਨੇਕਾਂ ਪਿੰਡਾਂ ਨੂੰ ਖੁਸ਼ਬੂ ਦਿੱਤੀ ਹੋਈ ਸੀ। ਨਿਯਮ ਅਨੁਸਾਰ ਉੱਠੀ, ਥੋੜ੍ਹਾ ਜਿਹਾ ਜਲ ਛਕਿਆ। ਇੱਕ ਹੱਥ ਗੜਵਾ, ਦੂਜੇ ਹੱਥ ਬਿਰਧਾਂ ਦਾ ਸਹਾਰਾ ਲੈ, ਬੂਹਾ ਪੇੜ ਝੁੰਬਲ ਮਾਰ, ਸਹਿਜੇ ਸਹਿਜੇ ਦਰਿਆ ਦਾ ਰਾਹ ਲਿਆ ਤੇ ਰਾਹਕਾਂ ਦੀ ਸਾਰੀ ਗੱਲਬਾਤ ਕਰਨੀ ਪਈ। ਸੋਚਣ ਲੱਗੀ, ਮੈਂ ਕੌਣ ਪਾਪਣ, ਸੱਤਾਹੀਣ, ਅਬਲਾ। ਮੈਂ ਤਾਂ ਸਤਿਗੁਰਾਂ ਕੋਲ ਇਸ ਪਿੰਡੇ ਨੂੰ ਜਰਾ ਗਿੱਲਾ ਕਰਨ ਵਾਸਤੇ ਤਰਲਾ ਮਾਰਿਆ ਸੀ। ਇਹ ਕਹਿਣ ਲੱਗ ਪਏ ਨੇ, ਪਿੰਡ ਢਹਿਣ ਲੱਗ ਪਿਆ ਏ। ਉਸੇ ਵੇਲੇ ਭੁੱਲ ਬਖਸ਼ਾਈ ਤੇ ਸਤਿਗੁਰਾਂ ਪਾਸ ਅਰਦਾਸ ਕੀਤੀ ਤੇ ਹਿਮਾਲਾ ਦੀ ਪੁੱਤਰੀ ਨੂੰ ਆਖਿਆ, ਬੱਚੀ ਮੈਂ ਇੱਥੇ ਹੀ ਆ ਜਾਇਆ ਕਰਾਂਗੀ, ਹੁਣ ਅੱਗੇ ਨਾ ਵੀ ਬੱਚੀ, ਸਤਿਗੁਰਾਂ ਦਾ ਹੁਕਮ ਏ, ਜਿੱਥੋਂ ਤੱਕ ਵਾਹ ਲੱਗੇ ਕਿਸੇ ਦਾ ਕੰਮ ਸਵਾਰੀਏ, ਭਲਾ ਕਰੀਏ, ਵਸਦਿਆਂ ਨੂੰ ਨਾ ਉਜਾੜੀਏ, ਕਿਸੇ ਦਾ ਝੁੱਗਾ ਨਾ ਢਾਈਏ। ਮਾਈ ਇਹ ਕਹਿੰਦਿਆਂ ਗੜਵਾ ਮਾਂਜਿਆ, ਦਾਤਣ ਕੀਤੀ, ਟੂਬਾ ਲਾਇਆ ਤੇ ਜਪਜੀ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਘਰ ਨੂੰ ਮੁੜੀ, ਡੇਰੇ ਪੁੱਜੀ, ਆਸਣ ਵਿਛਾਇਆ ਤੇ ਪਸ਼ੂਆਂ ਪ੍ਰੇਤਾਂ ਦੀ ਕਲਿਆਣਕਾਰੀ ਸ਼੍ਰੀ ਆਸਾ ਜੀ ਦੀ ਵਾਰ ਦਾ ਪਾਠ ਆਰੰਭ ਕੀਤਾ। ਪਾਠ ਕਰਦਿਆਂ ਅਜੇ ਇੱਥੇ ਹੀ ਪੁੱਜੀ ਸੀ। ਮਹੱਲਾ ਦੂਜਾ। ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰਬਿਨ ਘੋਰ ਅੰਧਾਰ ਦੇ ਸ਼ਬਦ ਮੂੰਹੋਂ ਨਿਕਲੇ ਹੀ ਸਨ ਕਿ ਸੂਰਤ ਇੱਕਦਮ ਸਤਿਗੁਰਾਂ ਦੇ ਚਰਨਾਂ ਵਿੱਚ ਜਾ ਪਹੁੰਚੀ। ਸਰੀਰ ਢਿੱਲਾ ਹੋ ਗਿਆ, ਹੱਥ ਢਿਲਕ ਪਏ, ਮਾਲਾ ਹੱਥੋਂ ਜਾ ਪਈ। ਮਾਈ ਆਸਨ ਤੇ ਟਹਿ ਪਈ। ਦਾਨੀ ਪਈ ਰਹੀ ਕੋਈ 2 ਘੰਟੇ। ਲਾਗੇ ਚਾਗੇ ਦੀਆਂ ਮਾਈਆਂ ਬੀਬੀਆਂ ਉੱਠੀਆਂ। ਮਾਈ ਨੂੰ ਆਸਨ ਤੇ ਡਿੱਗਾ ਵੇਖ ਘਬਰਾ ਗਈਆਂ। ਇੱਕ ਵਡੇਰੀ ਉਮਰ ਦੀ ਬੁੱਢੜੀ ਨੇ ਮਾਂ ਦਾਨੀ ਦੀ ਨਬਜ਼ ਤੇ ਹੱਥ ਰੱਖਿਆ ਤੇ ਆਖਣ ਲੱਗੀ, ਅਜੇ ਹੈ। ਉਸੇ ਵੇਲੇ ਦਾਨੀ ਨੂੰ 2 ਜਣੀਆਂ ਚੁੱਕ ਕੇ ਮੰਜੇ ਤੇ ਜਾ ਪਾਇਆ, ਘੁੱਟਣਾ ਸ਼ੁਰੂ ਕਰ ਦਿੱਤਾ। ਤਲੀਆਂ ਝਸੀਆਂ ਤੇ ਮਾਈ ਨੇ ਅੱਖ ਖੋਲ੍ਹ ਲਈ। ਉੱਠ ਬੈਠੀ ਤੇ ਪੁੱਛਣ ਲੱਗੀ, ਤੁਸੀਂ ਉਦਾਸ ਕਿਉਂ ਖੜੀਆਂ ਹੋਈਆਂ ਹੋ? ਮੈਂ ਕਮਲੀ ਦਾ ਖਿਆਲ ਨਾ ਕਰਿਆ ਕਰੋ, ਐਵੇਂ ਪਾਠ ਕਰਦਿਆਂ ਸਤਿਗੁਰਾਂ ਦੀ ਯਾਦ ਆ ਗਈ ਸੀ। ਇਹ ਕਹਿੰਦਿਆਂ ਦਾਨੀ ਦਾ ਗਲਾ ਰੁਕ ਗਿਆ। ਉਹ ਅੱਗੋਂ ਕੁਝ ਨਾ ਬੋਲ ਸਕੀ ਤੇ ਆਢਣਾ ਗੁਆਂਢਣਾ ਘਰਾਂ ਨੂੰ ਮੁੜ ਗਈਆਂ। ਲਾਲ ਸਿੰਘਾ, ਹਾਂ ਭਾਈ, ਕੀ ਕਰ ਰਿਹਾ ਹੈ? ਤਿਆਰੀ ਕਿੱਧਰ ਨੂੰ? ਇਹ ਹੁਕਮ ਦੇਣ ਵਾਲੇ ਸੱਜਣ, ਮੈਂ ਤਾਂ ਹੁਕਮੀ ਬੰਦਾ ਹਾਂ। ਤੁਰਨ ਵੇਲੇ ਤਾਂ ਘੋੜਿਆਂ ਦੀ ਖਰੀਦ ਦਾ ਪ੍ਰੋਗਰਾਮ ਸੀ ਤੇ ਅੱਜ ਹੈ ਵੀ ਨਿਲਾਮੀ ਏ। ਪਾਤਸ਼ਾਹ ਦੇ ਸਾਰੇ ਪ੍ਰੋਗਰਾਮ ਐਵੇਂ ਹੀ ਹੁੰਦੇ ਨੇ। ਇਹ ਉਹਨਾਂ ਨੂੰ ਪਤਾ ਹੈ ਕਿ ਕਿਸ ਵੇਲੇ ਅਪੜਨਾ ਹੈ, ਕੀ ਕਰਨਾ ਹੈ ਤੇ ਕਿਸ ਵੇਲੇ ਮੁੜਨਾ ਹੈ। ਉਹਨਾਂ ਨੂੰ ਇੱਕ ਕੰਮ ਥੋੜ੍ਹਾ ਹੈ, ਕੀ ਪਤਾ ਕਿਹੜੇ ਪਾਸਿਓਂ ਸੱਦਾ ਆ ਗਿਆ ਹੈ। ਤੂੰ ਠੀਕ ਆਖਦਾ ਹੈ। ਕ੍ਰਿਸ਼ਨ ਭਗਵਾਨ ਦ੍ਰੋਪਦੀ ਦੀ ਪੁਕਾਰ ਸੁਣ ਮਥੁਰਾ ਤੋਂ ਉੱਠ ਦੌੜੇ ਸਨ। ਗੁਰੂ ਨਾਨਕ ਦੇਵ ਬੇਬੀ ਨਾਨਕੀ ਦੀ ਅਰਦਾਸ ਸੁਣ ਹਜ਼ਾਰਾਂ ਮੀਲਾਂ ਤੋਂ ਚੱਲ ਕੇ ਸੁਲਤਾਨਪੁਰ ਆ ਗਏ ਸਨ। ਗੁਰੂ ਹਰਗੋਬਿੰਦ ਸਿੰਘ ਬੁੱਢੜੀ ਭਾਗ ਭਰੀ ਦਾ ਖੱਦਰ ਦਾ ਚੋਲਾ ਲੈਣ ਵਾਸਤੇ ਪਹਾੜਾਂ ਨੂੰ ਚੀਰਦੇ ਕਸ਼ਮੀਰ ਜਾ ਪਹੁੰਚੇ ਸਨ। ਧਰਮ ਦੀ ਚਾਦਰ ਗੁਰੂ ਤੇਗ ਬਹਾਦਰ ਜੀ ਮੱਖਣ ਸ਼ਾਹ ਦਾ ਜਹਾਜ਼ ਕੱਢਦੇ ਕੱਢਦੇ ਆਪਣਾ ਮੋਢਾ ਹੀ ਪਛਾਏ।
ਸਾਹਿਬ ਗੁਰੂ ਗੋਬਿੰਦ ਸਿੰਘ ਜੀ ਅਨੰਦਪੁਰੀ ਨੂੰ ਤਿਆਗ, ਜੋਗਾ ਸਿੰਘ ਨੂੰ ਕੰਜਰੀ ਦੇ ਚੁਬਾਰੇ ਚੜ੍ਹਨ ਤੋਂ ਰੋਕਣ ਖਾਤਰ ਸਾਰੀ ਰਾਤ ਹੁਸ਼ਿਆਰਪੁਰ ਦੀਆਂ ਗਲੀਆਂ ਵਿੱਚ ਪਹਿਰਾ ਦਿੰਦੇ ਰਹੇ। ਚੀਨੀ ਵਾਲੇ ਪਾਤਸ਼ਾਹ ਭਾਈ ਰਾਏ ਸਿੰਘ ਨੂੰ ਰਾਤੋਂ ਰਾਤ ਸੈਂਕੜੇ ਕੋਹਾਂ ਦਾ ਪੈਂਡਾ ਚੂਰ ਭੁੱਖੇ ਸ਼ੇਰ ਤੋਂ ਜਾ ਬਚਾਇਆ ਸੀ। ਇਹ ਵੀ ਤਾਂ ਉਹਨਾਂ ਦੇ ਰੂਪ ਨੇ, ਕੀ ਪਤਾ ਕਿਸ ਨੇ ਸੱਦ ਬੁਲਾਇਆ ਹੈ। ਭਾਈ ਜੀ ਸੱਚੇ ਪਾਤਸ਼ਾਹ ਤਿਆਰੀ ਏ? ਭਾਈ ਨੇ ਆਖਿਆ, ਜੀ ਸੱਚੇ ਪਾਤਸ਼ਾਹ ਤਿਆਰੀ ਏ? ਹਾਂ ਗਰੀਬ ਨਿਵਾਜ। ਲਾਲ ਸਿੰਘ ਨੂੰ ਆਵਾਜ਼ ਮਾਰੀ। ਗੱਡੀ ਵਿੱਚ ਬੈਠਾ ਏ ਪਾਤਸ਼ਾਹੋ। ਸੱਚੇ ਪਾਤਸ਼ਾਹ ਅਰਦਾਸਾਂ ਸੋਧਿਆਂ ਤੇ ਪ੍ਰੇਮੀਆਂ ਨੂੰ ਛਲਕਦੀਆਂ ਅੱਖਾਂ ਤੇ ਸਿਸਕੀਆਂ ਭਰਦੀਆਂ ਨੂੰ ਛੱਡ ਛਡਾ ਮੋਟਰ ਵਿੱਚ ਜਾ ਬੈਠੇ ਤੇ ਹੁਕਮ ਹੋਇਆ ਅੰਮ੍ਰਿਤਸਰ। ਸੰਤ ਲਾਲ ਸਿੰਘ ਸਟੀਅਰਿੰਗ ਤੇ ਹੱਥ ਰੱਖਿਆ ਤੇ ਗੱਡੀ ਸਟਾਰਟ ਹੋ ਗਈ। ਖੜੀ ਸੰਗਤ ਨੇ ਜੈਕਾਰਾ ਛੱਡਿਆ। ਜੈਕਾਰੇ ਦੀਆਂ ਆਕਾਸ਼ ਗੁੰਜਾਉ ਲਹਿਰਾਂ ਖੇਤੀਆਂ, ਨਦੀਆਂ, ਬਨਾਂ, ਗਰਾਵਾਂ, ਸ਼ਹਿਰਾਂ ਦੇ ਉੱਤੋਂ ਦੀ ਤਾਰੀਆਂ ਲਾਂਦੀਆਂ ਸਾਰੇ ਵਾਯੂਮੰਡਲ ਵਿੱਚ ਪ੍ਰੇਮ ਝਰਾਟੇ ਛੇੜਦੀਆਂ, ਨੱਚਦੀਆਂ, ਗਾਉਂਦੀਆਂ ਅਤੇ ਲੰਘਦੀਆਂ ਮਾਈ ਦਾਨੀ ਦੇ ਕੰਨ ਵਿੱਚ ਕਹਿ ਗਈਆਂ, ਬੇਬੇ ਘਬਰਾ ਨਾ, ਤੇਰਾ ਮਹਿਬੂਬ ਜਿਸ ਦੀ ਯਾਦ ਵਿੱਚ ਤੂੰ ਗਵਾਚੀ ਫਿਰਦੀ ਏ, ਤੇਰੇ ਪ੍ਰੇਮ ਸੰਗਲਾਂ ਦਾ ਬੱਝਾ ਸਭ ਕੁਝ ਵਿੱਚ ਵਿਚਾਰੇ ਛੱਡ ਕੇ ਤੇਰੇ ਵੱਲ ਆ ਰਿਹਾ ਹੈ। ਮਾਈ ਇਹ ਆਵਾਜ਼ਾਂ ਸੁਣ ਉੱਠੀ ਤੇ ਸੇਵਕ ਨੂੰ ਨਾਲ ਲੈ ਪਿੰਡ ਹੋਕਾ ਦਿੰਦੀ ਸੁਨੇਹੀ ਸੁਣਾਉਂਦੀ ਮਸਤਾਨੀ 10 ਵਿੱਚ ਵਰਿਆਹੀ ਪੁੱਜ ਗਈ। ਮੋਟਰ ਚੱਲਦੀ ਗਈ। ਪਿੰਡ ਪਿੱਛੇ ਰਹਿ ਗਏ। ਸਰਗੋਦਾ ਪਿੰਡ ਭੱਟੀਆਂ, ਸ਼ੇਖੂਪੁਰਾ, ਲਾਹੌਰ ਤੇ ਪੁੱਜ ਗਈ ਸ਼੍ਰੀ ਅੰਮ੍ਰਿਤਸਰ। ਤਰਨ ਤਾਰਨ ਵੱਲ ਮੁੜਨ ਦਾ ਇਸ਼ਾਰਾ ਹੋਇਆ। ਸੇਵਕ ਹੁਕਮ ਦੇ ਬੱਧੇ ਰਜਾ ਦੀਆਂ ਡੀਕਾਂ ਲਾ ਭੁੱਖ ਤਰੇ ਬੁਝਾਉਂਦੇ ਮਨ ਵਿੱਚ ਕਈ ਪ੍ਰਕਾਰ ਦੇ ਘੋੜੇ ਦੌੜਾ ਰਹੇ ਸਨ ਤੇ ਸ਼ੁਕਰ ਕਰ ਰਹੇ ਸਨ। ਜੋ ਅਚਨਚੇਤ ਵਰਿਆਂ ਵੱਲ ਗੇੜ ਮੁੜਿਆ, ਸੇਵਕਾਂ ਨੂੰ ਕੁਝ ਸਮਝ ਆਈ ਕਿ ਇਹ ਮਾਈ ਦਾਨੀ ਦੀਆਂ ਖਿੱਚਾਂ ਨੇ। ਵਰਿਆਹੀ ਜਾ ਮਾਈ ਘਰ ਸੁਨੇਹੇ ਸੁਣਾਉਣ ਲੱਗ ਗਈ। ਕੰਮ ਕਾਜ ਕਰ ਲੈ, ਹੁਣੇ ਮੇਰੇ ਸਤਿਗੁਰ ਨੇ ਆਉਣਾ ਏ। ਬੇਬੇ ਭਗਵਾਨੋ ਦੂਰ ਨਾ ਜਾਈ, ਸਤਿਗੁਰੂ ਬਸ ਆਉਣ ਹੀ ਵਾਲੇ ਨੇ। ਭੈਣ ਨਿਹਾਲੋ ਤੂੰ ਵੀ ਭੁੱਲ ਨਾ ਜਾਈ, ਬਸ ਹੁਣ ਕੜੀਆਂ ਪਲਾਂ ਦੀ ਦੇਰ ਏ, ਮੇਰੇ ਸਤਿਗੁਰ ਆਉਣ ਵਾਲੇ ਨੇ। ਮਾਈ ਨੇ ਹੱਥੀ ਝਾੜੂ ਫੜ ਲਿਆ, ਗਲੀਆਂ ਸਾਫ਼ ਕਰਨ ਲੱਗੀ। ਬੌਕਰ ਮਾਰਦੀ ਜਾਵੇ ਤੇ ਕੂਕਦੀ ਜਾਵੇ, ਮੈਂ ਗਲੀਆਂ ਕਰ ਰਹੀ ਸਾਫ਼, ਰਾਮ ਕਰ ਆਵਣਗੇ ਮੇਰੇ। ਸਾਰੇ ਸਮਝ ਰਹੇ ਸਨ ਮਾਈ ਦਾ ਦਿਮਾਗ ਹਿੱਲ ਗਿਆ ਹੈ, ਇਸ ਦੀ ਹੋਸ਼ ਟਿਕਾਣੇ ਨਹੀਂ ਰਹੀ। ਸਤਿਗੁਰ ਐਵੇਂ ਭੱਜੇ ਫਿਰਦੇ ਨੇ ਜੋ ਮੂੰਹ ਆਏ ਕਹੀ ਜਾਂਦੀ ਏ। ਰਾਮ ਆ ਰਹੇ ਨੇ। ਮਾਈ ਸੁਨੇਹੇ ਸੁਣਾਉਂਦੀ, ਝਾੜੂ ਦਿੰਦੀ ਨੰਬਰਦਾਰ ਚੂਹੜ ਸਿੰਘ ਦੇ ਘਰ ਅਪੜ ਗਈ ਤੇ ਉੱਚੀ ਸਾਰੀ ਬੋਲਾ ਕੀਤਾ, ਲੰਬੜਦਾਰਾ ਮੰਜਾ ਵਿਛਾ ਦੇ, ਸਤਿਗੁਰ ਆਏ ਕਿ ਆਏ। ਬੇਬੇ ਨੰਬਰਦਾਰਨੀ ਹੱਸੀ ਤੇ ਆਖਣ ਲੱਗੀ, ਅੰਮਾ ਧੰਨ ਭਾਗ ਜੇ ਮੇਰੇ ਘਰ ਆਉਣ। ਉਸ ਭੈਣ ਨੇ ਅਜੇ ਸ਼ਬਦ ਸਮਾਪਤ ਹੀ ਕੀਤੇ ਸਨ ਕਿ ਬਾਹਰ ਮੋਟਰ ਦੀ ਕੁੱਕਰ ਸੁਣਾਈ ਦਿੱਤੀ। ਸਭ ਨੇ ਕੰਨ ਚੁੱਕ ਲਏ। ਦਾਨੀ ਵੈਰਾਗਣ ਬਾਹਰ ਦੌੜੀ। ਗਲੀ ਵਿੱਚ ਮੋਟਰ ਖੜੀ ਸੀ। ਪਿੰਡ ਦੇ ਨਰ ਨਾਰ ਇਕੱਠੇ ਹੋ ਗਏ, ਜੈਕਾਰੇ ਗਜਾਏ ਗਏ। ਗਰੀਬ ਨਿਵਾਜ ਸਾਧੂ ਪ੍ਰਤਾਪ ਸਿੰਘ ਜੀ ਮੋਟਰ ਵਿੱਚੋਂ ਬਾਹਰ ਆਏ। ਸਾਧ ਸੰਗਤ ਚਰਨ ਪਰਸੇ। ਮਾਈ ਦੇ ਕੇਸ ਖੁੱਲੇ ਸਨ। ਸ਼ਬਦ ਪੜ੍ਹਦੀ ਆਵੇ, ਅੰਗਣਾ ਸੁਹਾਵਾ ਮੇਰਾ ਅੰਗਣਾ ਸੁਹਾਵਾ, ਅੰਗਣਾ ਸੁਹਾਵਾ ਮੇਰਾ ਅੰਗਣਾ ਸੁਹਾਵਾ। ਮਾਈ ਦੇ ਨੇਤਰ ਸਜਲ ਸਨ। ਵਾਹੋ ਜਾਹੀ ਅੱਗੇ ਵਧੀ ਤੇ ਧੜਾਮ ਕਰਕੇ ਚਰਨਾਂ ਦੇ ਟਹਿ ਪਈ। ਇੱਕੋ ਰੱਟ ਲਾਈ ਜਾਏ, ਬਖਸ਼ 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 ਮੈਨੂੰ ਬਖਸ਼। ਸਤਿਗੁਰਾਂ ਮਿਹਰ ਭਰਿਆ ਬਚਨ ਕੀਤਾ, ਬਸ। ਮਾਈ ਚਰਨਾਂ ਤੋਂ ਉੱਠੀ ਤੇ ਸਤਿਗੁਰਾਂ ਨੂੰ ਜੱਫਾ ਮਾਰ ਲਿਆ। ਦਰਸ਼ਕ ਇਹ ਦ੍ਰਿਸ਼ ਵੇਖ ਕੇ ਹੈਰਾਨ ਸਨ ਕਿ ਦਾਨੀ ਨੂੰ ਕੀ ਹੋ ਗਿਆ ਹੈ, ਮਗਰ ਸੂਝਵਾਨ ਇਹ ਨਜ਼ਾਰਾ ਵੇਖ ਧੰਨ ਸਤਿਗੁਰੂ, ਧੰਨ ਸਾਧੂ ਪ੍ਰਤਾਪ ਸਿੰਘ, ਧੰਨ ਸਾਧੂ ਪ੍ਰਤਾਪ ਸਿੰਘ ਜੀ ਕਹੀ ਜਾ ਰਹੇ ਸਨ। ਬਹੁਤਾ ਤੰਗ ਨਾ ਕਰਿਆ ਕਰ।
ਸੱਚੇ ਪਾਤਸ਼ਾਹ ਸਾਧੂ ਪ੍ਰਤਾਪ ਸਿੰਘ ਜੀ ਬਚਨ ਕੀਤਾ, ਨਿਖਾਖੀਏ ਬਹੁਤਾ ਤੰਗ ਨਾ ਕਰਿਆ ਕਰ, ਕਿੰਨਾ ਜ਼ਰੂਰੀ ਕੰਮ ਸੀ, ਕੋਈ ਵੇਲਾ ਕਵੇਲਾ ਵੀ ਵੇਖ ਲਿਆ ਕਰ। ਵੇ ਬੱਚਾ, ਮੈਂ ਨਿਖਾਖੀ ਦੀ ਸੜ ਜਾਏ ਜੀਵ ਜਿਹੜੀ ਅਕਾਲ ਪੁਰਖ ਨੂੰ ਬੱਚਾ ਕਹਿੰਦੀ ਏ। ਪਰ ਸਤਿਗੁਰਾ ਤੂੰ ਮੇਰਾ ਹਾਲ ਵੀ ਤੇ ਵੇਖ, ਮੈਂ ਚੀਨੀ ਵਾਲੇ ਦੇ ਲੜ ਲੱਗੀ ਆ, ਮੈਂ ਨਿਖਾਖੀ ਕਿਵੇਂ? ਮੇਰੇ ਵਰਗਾ ਪਤੀ ਕਿਸੇ ਭਾਗਾਂ ਵਾਲੇ ਨੂੰ ਮਿਲਦਾ ਹੈ, ਪਰ ਹੁਣ ਤਾਂ ਤੁਸੀਂ ਮੇਰੇ ਸਭ ਕੁਝ ਹੋ। ਕਿਰਪਾ ਕਰਿਆ ਕਰੋ, ਲੰਮੀਆਂ ਨਾ ਲਾਇਆ ਕਰੋ, ਜਾਂ ਬਹੁਤੀਆਂ ਗੱਲਾਂ ਨਾ ਮਾਰ, ਪ੍ਰਸ਼ਾਦਾ ਛਕ। ਸੱਚੇ ਪਾਤਸ਼ਾਹ ਕਿਹਾ, ਮੈਂ ਤਦ ਛਕਾਂਗੀ ਜੇ ਪਹਿਲਾਂ ਆਪ ਛਕੋਗੇ। ਤੁਹਾਡੇ ਸੇਵਕ ਤੇ ਤੁਸੀਂ ਪਤਾ ਨਹੀਂ ਕਦੋਂ ਦਾ ਕੁਝ ਛਕਿਆ ਹੋਇਆ ਹੈ, ਜੋ ਮੈਂ ਪਾਪਣ ਲਈ ਆਏ ਹੋ। ਪਰ ਮੈਂ ਕਰਾਂ ਕੀ, ਮੇਰੇ ਵੱਸ ਦੀ ਗੱਲ ਨਹੀਂ। ਤੇਰੇ ਬਿਨਾ ਮੇਰੀ ਦੁਨੀਆ ਸੁੰਝੀ ਜਾਪਦੀ ਏ। ਇਹ ਠੰਡੀ ਵਾਹ ਪੀੜਾ ਛੇੜਦੀ ਏ, ਸੂਰਜ ਬਾਣ ਮਾਰਦਾ ਏ, ਕੰਧਾਂ ਵੱਢਣ ਪੈਂਦੀਆਂ ਨੇ, ਕੋਠੇ ਦੀਆਂ ਕਕੜੀਆਂ ਸਪਣੀਆਂ ਦਾ ਰੂਪ ਧਾਰ ਫੁਕਾਰੇ ਮਾਰਦੀਆਂ ਨੇ। ਫਿਰ ਤੁਸੀਂ ਦੱਸੋ ਮੈਂ ਕਿੱਧਰ ਜਾਵਾਂ, ਕਿਹੜਾ ਪਾਠ ਪੜ੍ਹਾਂ? ਜਿਹੜਾ ਪਾਠ ਤੂੰ ਪੜ੍ਹਦੀ ਏ ਉਹ ਤਾਂ ਮੇਰੀ ਮੋਟਰ ਦੇ ਪਹੀਆਂ ਨੂੰ ਬੰਨ ਖਲੋਂਦਾ ਹੈ। ਇਸ ਪਾਸਿਓ ਦੀ ਲੰਘਾ ਤਾਂ ਉਹਨਾਂ ਚਿਰ ਇਹ ਅੱਗੇ ਹੀ ਨਹੀਂ ਰਿੜਦੇ ਜਿੰਨਾ ਚਿਰ ਤੇਰੇ ਕੋਲ ਹੋ ਨਹੀਂ ਜਾਂਦੇ। ਵੇਖ ਅੱਜ ਅੰਮ੍ਰਿਤ ਵੇਲੇ ਤੂੰ ਪਿੱਛੇ ਪਈ ਏ। ਇਸ ਵਾਸਤੇ ਘੋੜਿਆਂ ਦੀ ਨਿਲਾਮੀ ਛੱਡ ਛਡਾ ਸਰਗੋਧਿਓ ਤੁਰਨਾ ਪਿਆ। ਰਾਹ ਵਿੱਚ ਪ੍ਰਸ਼ਾਦਾ ਛਕਣ ਲੱਗਾ, ਤੂੰ ਉਹ ਹੀ ਛਕਣ ਨਹੀਂ ਦਿੱਤਾ। ਘੜੀ ਆਰਾਮ ਕਰਨ ਲੱਗਾ, ਤੂੰ ਫਿਰ ਵੀ ਨਹੀਂ ਟਿਕਣ ਦਿੱਤਾ। ਦੱਸ ਤੂੰ ਹੋਰ ਕੀ ਆਖਦੀ ਏ? ਮਾਈ ਮੁੜ ਚਰਨਾਂ ਤੇ ਟਹਿ ਪਈ ਤੇ ਬਚਨ ਕੀਤਾ, ਪਾਤਸ਼ਾਹੋ ਇਹ ਤੁਹਾਡੀ ਮਿਹਰ ਏ, ਮੈਂ ਨਿਮਾੜੀ ਕੌਣ ਹਾਂ? ਹੁਣ ਪ੍ਰਸ਼ਾਦ ਛਕੋ। ਗਰੀਬ ਨਿਵਾਜੀ ਮੰਜੇ ਤੇ ਜਾ ਬੈਠੇ। ਸੇਵਕਾ ਚਰਨ ਪਰਸਦੇ, ਲੰਗਰ ਉੱਥੇ ਹੀ ਹੋਇਆ। ਘਰ ਘਰ ਮਾਈ ਦਾਨੀ ਦੀਆਂ ਗੱਲਾਂ ਚੱਲ ਪਈਆਂ। ਮਾਈ ਭਾਗਾਂ ਵਾਲੀ ਏ ਜਿਹਦੀਆਂ ਸਤਿਗੁਰ ਮੰਨਦਾ ਏ। ਧੰਨ ਸਾਧੂ ਪ੍ਰਤਾਪ ਸਿੰਘ ਜੀ।